ਹੈਲੋ एवरीवन ਵੈਲਕਮ ਟੂ ਲਰਨਿੰਗ ਕਰਵ। ਜਿੱਦਾਂ ਕਿ ਆਪਣੀ ਹਿਸਟਰੀ ਦੀ ਸੀਰੀਜ਼ ਚੱਲ ਰਹੀ ਹੈ, ਅੱਜ ਆਪਾਂ ਹਿਸਟਰੀ ਦਾ ਥਰਡ ਪਾਰਟ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ। ਆਪਾਂ ਦੋ ਪਾਰਟਸ ਕਰ ਚੁੱਕੇ ਆ, ਉਹ ਦੋਵਾਂ ਨੂੰ ਰਿਵਾਈਜ਼ ਕਰ ਲੈਣਾ। ਮੈਂ ਤੁਹਾਨੂੰ ਹਿਸਟਰੀ ਦਾ ਥੋੜਾ ਸੈਕਿੰਡ ਪਾਰਟ ਰਿਵਾਈਜ਼ ਕਰਵਾ ਦੇਣਾ, ਜਿਹਦੇ 'ਚ ਆਪਾਂ ਗੱਲ ਕੀਤੀ ਸੀ ਮੁਹੰਮਦ ਗਜਨਵੀ ਤੇ ਮੁਹੰਮਦ ਗੋਰੀ ਬਾਰੇ। ਗਜਨਵੀ ਨੇ ਆਪਾਂ ਫੇਮਸ ਅਟੈਕਸ ਡਿਸਕਸ ਕੀਤੇ ਸੀ। 1025 'ਚ ਉਹਨੇ ਸੋਮਨਾਥ ਟੈਂਪਲ 'ਤੇ ਅਟੈਕ ਕੀਤਾ ਸੀ, ਜੋ ਕਿ ਇੱਕ ਫੇਮਸ ਅਟੈਕ ਮੰਨਿਆ ਗਿਆ, ਤੇ ਸ਼ਿਵ ਦੀ ਮੂਰਤੀ ਨੂੰ ਖੰਡਿਤ ਕੀਤਾ ਸੀ। ਚਕਮਕ ਸਟੋਨ ਦਾ ਜਿਹਦੇ 'ਤੇ ਉੱਥੇ ਉਪਯੋਗ ਕੀਤਾ ਸੀ, ਤੇ ਇੱਥੋਂ ਵਾਵਾ ਸਾਰਾ ਸੋਨਾ ਲੁੱਟ ਕੇ ਲੈ ਕੇ ਗਿਆ ਸੀ। ਫਿਰ ਆਪਾਂ ਗੱਲ ਕੀਤੀ ਸੀ ਮੁਹੰਮਦ ਗੋਰੀ ਬਾਰੇ। ਮੁਹੰਮਦ ਗੋਰੀ ਨੇ ਇੱਕ ਲੜਾਈ ਲੜੀ ਸੀ 1191 'ਚ ਕਿਹਦੇ ਨਾਲ? ਪ੍ਰਿਥਵੀਰਾਜ ਚੌਹਾਨ ਨਾਲ, ਜੋ ਕਿ ਬੈਟਲ ਆਫ ਤਰੇਨ ਦੇ ਨਾਮ ਤੋਂ ਪ੍ਰਸਿੱਧ ਹੈ। ਠੀਕ ਹੈ, ਉਹ ਬਹੁਤ ਬੜੀ ਕੁਐਸਚਨ 'ਚ ਆਇਆ, ਉਹਨੂੰ ਯਾਦ ਰੱਖ ਲੈਣਾ ਪਲੀਜ਼, ਉਹ ਰਿਵਾਈਜ਼ ਕਰਦੇ ਰਹਿਣਾ। ਫਿਰ 1192 'ਚ ਵੀ ਇਹਨੇ ਲੜਾਈ ਲੜੀ ਸੀ, ਬੈਟਲ ਆਫ ਤਰੇਨ, ਸੈਕਿੰਡ ਬੈਟਲ ਆਫ ਤਰੇਨ ਕਹਿੰਦੇ ਉਹਨੂੰ, ਤੇ ਪ੍ਰਿਥਵੀਰਾਜ ਚੌਹਾਨ ਉਸ ਬੈਟਲ 'ਚ ਹਾਰ ਗਿਆ ਸੀ। ਉਸ ਤੋਂ ਬਾਅਦ ਕੀ ਨਾਮ ਹੈ, ਚੰਦਵਰਦਾਈ ਨੇ ਉਸ ਬੈਟਲ ਦਾ ਡਿਸਕਸ ਆਪਣੇ ਉੱਤੇ, ਚੰਦਵਰਦਾਈ ਨੇ ਆਪਣੇ ਪ੍ਰਿਥਵੀਰਾਜ ਰਾਸੋ ਜੋ ਕਿ ਬੁੱਕ ਲਿਖੀ ਸੀ, ਉਹਦੇ 'ਚ ਬਾਰੇ ਸਾਰਾ ਕੁਝ ਮੈਂਸ਼ਨ ਕੀਤਾ ਹੋਇਆ। ਠੀਕ ਹੈ, ਉਸ ਤੋਂ ਬਾਅਦ ਆਪਾਂ 1194 'ਚ ਵੀ ਇਹਨੇ ਇੱਕ ਬੈਟਲ ਲੜੀ ਸੀ ਚੰਦਾਵਰ ਦੀ ਵੀ। ਠੀਕ ਹੈ, ਫਿਰ ਮੁਹੰਮਦ ਗੋਰੀ ਦੀ ਆਪਾਂ ਅੱਗੋਂ ਨੈਕਸਟ ਗੱਲ ਕਰਦੇ ਹਾਂ। ਅੱਜ ਆਪਾਂ ਥਰਡ ਪਾਰਟ ਡਿਸਕਸ ਕਰਦੇ ਹਾਂ। ਠੀਕ ਹੈ, ਇਹਦੇ ਅੱਗੋਂ 4 ਗੁਲਾਮ ਹੋਏ ਨੇ। 4 ਗੁਲਾਮ ਕਿਹੜੇ ਕਿਹੜੇ ਹੋਏ ਨੇ? 3 ਜਾਂ 4 ਗੁਲਾਮ ਕਿਹੜੇ? ਕੋਈ ਹਿਸਟਰੀ 3 ਵੀ ਮੈਂਸ਼ਨ ਕਰ ਦਿੰਦੇ, ਕੋਈ 4 ਮੈਂਸ਼ਨ ਕਰ ਦਿੰਦਾ। ਉਹਦੇ ਵਿੱਚੋਂ ਇੱਕ ਪਹਿਲਾ ਗੁਲਾਮ ਕਿਹੜਾ ਸੀ? ਇਹਨਾਂ ਜਿਹੜਾ ਫੇਮਸ ਗੁਲਾਮ ਹੋਇਆ ਉਹ ਸੀ ਕੁਤਬਦੀਨ ਐਬਕ, ਜਿਹਨੂੰ ਲਾਹੌਰ ਤੇ ਦਿੱਲੀ ਦਾ ਗਵਰਨਰ ਅਪਾਇੰਟ ਕੀਤਾ ਸੀ। ਸੀਪੀਐਸ ਸਲਾਹਕਾਰ ਇਹਨੂੰ ਅਪਾਇੰਟ ਕੀਤਾ ਸੀ। ਠੀਕ ਹੈ, ਸੀਪੀਐਸ ਸਲਾਹਕਾਰ ਮਤਲਬ ਇਹਨੂੰ ਗਵਰਨਰ ਅਪਾਇੰਟ ਕੀਤਾ ਸੀ ਲਾਹੌਰ ਤੇ ਦਿੱਲੀ ਦਾ। ਫਿਰ ਸੀ ਤਾਜੁਦੀਨ ਯਲਦੋਜ। ਤਾਜੁਦੀਨ ਯਲਦੋਜ ਨੂੰ ਗਜਨਵੀ ਦਾ ਗਵਰਨਰ ਅਪਾਇੰਟ ਕੀਤਾ ਸੀ। ਤੀਜਾ ਸੀ ਨਸਰੁਦੀਨ ਕੁਬਾਚਾ। ਨਸਰੁਦੀਨ ਕੁਬਾਚਾ ਨੂੰ ਮੁਲਤਾਨ ਦਾ ਗਵਰਨਰ ਅਪਾਇੰਟ ਕੀਤਾ ਸੀ। ਤੇ ਚੌਥਾ ਸੀ ਬਖਤਿਆਰ ਖਿਲਜੀ, ਜਿਹਨੂੰ ਬਿਹਾਰ ਤੇ ਬੰਗਾਲ ਦਾ ਗਵਰਨਰ ਅਪਾਇੰਟ ਕੀਤਾ ਸੀ ਮੁਹੰਮਦ ਗੋਰੀ ਨੇ। ਤੇ ਇਹ ਉਹੀ ਹੈ ਬਖਤਿਆਰ ਖਿਲਜੀ ਜਿਹਨੇ ਆਪਣੇ ਨਲੰਦਾ ਤੇ ਵਿਕਰਮਸ਼ਿਲਾ ਯੂਨੀਵਰਸਿਟੀਜ਼ ਨੂੰ ਡਿਸਟਰੋਏ ਕੀਤਾ ਸੀ। ਕੁਤਬਦੀਨ ਐਬਕ ਇਹਨੂੰ ਦਿੱਲੀ ਤੇ ਲਾਹੌਰ ਦਾ ਸੀਪੀਆ ਸਲਾਹਕਾਰ ਅਪਾਇੰਟ ਕੀਤਾ ਸੀ। ਦਿੱਲੀ ਤੇ ਲਾਹੌਰ। ਤਾਜੁਦੀਨ ਯਲਦੋਜ ਇਹਨੂੰ ਗਜਨੀ ਦਾ ਗਵਰਨਰ ਅਪਾਇੰਟ ਕੀਤਾ ਸੀ। ਨਸੀਰੁਦੀਨ ਕੁਬਾਚਾ ਇਹਨੂੰ ਮੁਲਤਾਨ ਦਾ। ਬਖਤਿਆਰ ਖਿਲਜੀ ਇਹਨੂੰ ਬਿਹਾਰ ਤੇ ਬੰਗਾਲ ਦਾ। ਇਹਨੇ 2 ਯੂਨੀਵਰਸਿਟੀਜ਼ ਡਿਸਟਰੋਏ ਕੀਤੀਆਂ ਸੀ, ਜਿਹਦਾ ਨਾਮ ਸੀ ਵਿਕਰਮਸ਼ਿਲਾ, 12ਵੀਂ ਸ਼ਤਾਬਦੀ 'ਚ ਡਿਸਟਰੋਏ ਕੀਤੀਆਂ ਸੀ, ਤੇ ਨਲੰਦਾ। ਇਹ ਫੇਮਸ ਯੂਨੀਵਰਸਿਟੀਜ਼ ਹੈ, ਆਪਣੀ ਪੁਰਾਣੀ ਯੂਨੀਵਰਸਿਟੀਜ਼ ਹੈ। ਇਹਨੂੰ 1203 'ਚ ਨੇ ਡਿਸਟਰੋਏ ਕੀਤਾ ਸੀ, ਇਹਨੂੰ 1202 'ਚ। ਇਹ ਭਾਗਲਪੁਰ ਜ਼ਿਲ੍ਹਾ ਬਿਹਾਰ 'ਚ ਹੈ। ਭਾਗਲਪੁਰ ਬਿਹਾਰ 'ਚ। ਜਦੋਂ ਮੁਹੰਮਦ ਗੋਰੀ ਦੀ ਡੈਥ ਹੋਈ ਸੀ 1206 'ਚ, ਉਸ ਤੋਂ ਬਾਅਦ 'ਚੋਂ ਐਬਕ ਨੂੰ ਲਾਹੌਰ ਤੇ ਦਿੱਲੀ ਦਾ ਜਦੋਂ ਅਪਾਇੰਟ ਕੀਤਾ ਸੀ ਗਵਰਨਰ, ਤੇ ਉਸ ਤੋਂ ਬਾਅਦ 'ਚੋਂ ਕੁਤਬਦੀਨ ਐਬਕ ਤੋਂ ਲਾਹੌਰ ਤੇ ਦਿੱਲੀ ਦਾ ਗਵਰਨਰ ਅਪਾਇੰਟ ਕੀਤਾ ਸੀ। ਤਾਜੁਦੀਨ ਯਲਦੋਜ ਤੇ ਨਸਰੁਦੀਨ ਕੁਬਾਚਾ, ਇਹ ਜਿਵੇਂ ਡੈਥ ਹੁੰਦੀ ਹੈ ਮੁਹੰਮਦ ਗੋਰੀ ਦੀ, ਇਹ ਅਟੈਕ ਕਰ ਦਿੰਦੇ ਨੇ ਕਿਤੇ ਤੇ ਦਿੱਲੀ ਤੇ, ਪਰ ਦਿੱਲੀ ਤੇ ਇਹ ਇਹਨਾਂ ਨੂੰ ਹਰਾ ਦਿੰਦਾ ਐਬਕ। ਜਦੋਂ ਤੱਕ ਐਬਕ ਜਿੰਦਾ ਰਹਿੰਦਾ ਹੈ, ਇਹ ਦੋਵੇਂ ਅਟੈਕ ਨਹੀਂ ਕਰਦੇ ਦਿੱਲੀ ਤੇ ਕਦੀ ਵੀ।
इत्थों शुरू होंदी है दिल्ली सल्तनत 1206 तो लैके 1526 AD तक। ठीक है, दिल्ली सल्तनत। सब तो पहली डायनेस्टी की रूल कर दी है स्लेव डायनेस्टी, क्योंकि मुहम्मद गोरी का गुलाम कौन सी? ऐबक। ठीक है, ऐबक का अगो गुलाम सी इल्तुतमिश, इल्तुतमिश का अगो गुलाम सी गयासुद्दीन बलबन। इस करके इन्हू स्लेव डायनेस्टी कहते हैं आप। 1206 तो लैके 1290। फिर आती है खिलजी, 1290 तो लैके 1320। फिर आती तुगलक, 1320 तो लैके 1414। फिर आती सैयद, 1451 तक। फिर आती लोधी, 1526 ਤੇ ਬਾਬਰ ਅਟੈਕ ਕਰ ਦਿੰਦਾ, ਕਹਿੰਦੇ ਤੇ ਇਬਰਾਹਿਮ ਲੋਧੀ ਤੇ ਲਾਸਟ ਰੂਲਰ ਹੁੰਦਾ ਲੋਧੀ ਡਾਇਨੈਸਟੀ ਦਾ। ਉਸ ਤੋਂ ਬਾਅਦ ਜੋ ਬੈਟਲ ਆਫ ਪਾਨੀਪਤ ਹੈ ਜੋ ਫੇਮਸ ਹੈ, ਉਸ ਤੋਂ ਬਾਅਦ ਮੁਗਲ ਵੰਸ਼ ਸ਼ੁਰੂ ਹੋ ਜਾਂਦਾ। ਇਹ ਦਿੱਲੀ ਸਲਤਨਤ 1206 ਤੋਂ ਲੈ ਕੇ 1526 ਤੱਕ ਹੈ। ਠੀਕ ਹੈ, सब तो पहले आप गल करांगे स्लेव डायनेस्टी बारे। स्लेव डायनेस्टी 1206 तो लैके 1290 तक रूल करती है। इनके 1206 तो लैके 1290 तक 12 रूलर्स आए ने। इहदे आप लिखते हैं नाल स्लेव यानी गुलाम वंश। ठीक है, 1206 तो लैके 1290 तक। सब तो पहला आता है कुतुबुद्दीन ऐबक। बारह सौ छे तो लैके 1210। फिर इनका अगो सन है इनका मुंडा जिनका की नाम होंगे आरम शाह। इनू गद्दी तो हटा दिता है झूठा दावेदार कह के, जो कि दरबारी होंगे जो कैबिनेट होंगे ने कुतुबुद्दीन ऐबक दी। 6-7 महीने कुछ रूल करता है। फिर इन्होंने अगों गुलाम आता है इल्तुतमिश। बारह सौ 11 तो लैके 1236 तक। ठीक है, फिर इल्तुतमिश का अगों सन आता है रुकनुद्दीन फिरोज शाह। ये भी कुछ 9-8 को महीने रूल करता है। फिर आंदी इनकी बेटी रजिया सुल्ताना। ये फर्स्ट मुस्लिम वूमेन रूलर है अपने इंडिया की। फिर आंदा बहरम शाह।
फिर आंदा है अलाउद्दीन मसूद शाह। लिख देना। फिर आंदा है नसीरुद्दीन महमूद शाह। फिर आंदा है बलबन, गियासुद्दीन बलबन। बारह सौ 66 तो लैके 1287 तक ये रूल करता है। फिर आंदा है कैकोबाद। एटी 89 है। फिर आंदा है कै खुसरो। फिर लास्ट है कैयूमस। ये ने 12 रूलर्स स्लेव डायनेस्टी दे। ठीक है, इन्हें स्क्रीनशॉट लै लो या नोट डाउन कर लो, नोट्स बनाई जाओ आपदे नाल। किते किते हिस्टोरियंस ये मानते हैं वो कैकोबाद नू लास्ट रूलर ऑफ स्लेव डायनेस्टी मानते हैं। बट इन केस अगर ऑप्शंस उत्थे तीनों प्रेजेंट होन, कैकोबाद, कै खुसरो, कैयूमस, तुसी इन्हें ते क्लिक करना कैयूमस ते, क्योंकि कैयूमस नू भावलपुर जिले किले वो कैद कर लेंदा है जलालुद्दीन खिलजी, तो उस तो बाद उन्होंने मार देंदा है तो खिलजी वंश की नींह रखता है। तो तुसी जे ऑप्शन से तीनों प्रेजेंट होन, तुसी कैयूमर्स लाना उत्थे। ठीक है, कैयूमर्स इनका स्क्रीनशॉट लै लो। ये 12 रूलर्स ने स्लेव डायनेस्टी दे। हुण इहदे च भी स्लेव डायनेस्टी भी वेख्या जाए तो 3 वंश ने वैसे। ठीक है, जिहड़े कुतुबुद्दीन ऐबक ते उहदा मुंडा आराम शाह, ये सी कुतुबुद्दीन डायनेस्टी दे। कुतुबुद्दीन डायनेस्टी जिहड़े इल्तुतमिश तो लैके नसीरुद्दीन महमूद शाह, ये सी शमशी वंश दे, शमसी। ठीक है, तो आ सारी बलबन दी डायनेस्टी है, बलबनी वंश। ठीक है, आ बलबनी वंश, आ कुतुबी वंश ते आ शमशी वंश। ठीक है, एक्चुअली इहदा स्क्रीनशॉट ले लेना। देखा जाए तो वैसे 3 ही गुलाम सी। वैसे तो गुलाम किंदे किंदे सी, कुतुबुद्दीन ऐबक दा गुलाम कौन सी? कुतुबुद्दीन ऐबक दा गुलाम सी इल्तुतमिश, इल्तुतमिश दा अगों गुलाम सी बालबन, ते ऐबक भी किंदा गुलाम सी अगों मुहम्मद गोरी दा। 3 ही गुलाम सी। इस करके इनू कई लोग, कई हिस्टोरियंस ये भी मानते हैं मामलुक डायनेस्टी भी कहते थे, इलबारी वंश भी कह देंगे ने, मामलुक या इलबारी।
मामलुक डायनेस्टी या इलबारी, इलबारी तुर्क। ਜਿਹੜੀ ਸਲੇਵ ਡਾਇਨੈਸਟੀ ਸੀ ਇਹਨਾਂ ਦੀ ਕੋਰਟ ਲੈਂਗੁਏਜ ਕਿਹੜੀ ਹੁੰਦੀ ਸੀ? ਇਹ ਸਾਰੇ ਕੁਐਸਚਨਸ ਨੇ ਤੁਰਕੀ। ठीक है, ਅੱਜ ਆਪਾਂ ਸ਼ੁਰੂਆਤ ਕਰਾਂਗੇ ਸਲੇਵ ਡਾਇਨੈਸਟੀ ਦੇ ਪਹਿਲੇ ਰੂਲਰ ਦੀ, ਜਿਹਦਾ ਨਾਮ ਸੀ ਕੁਤਬਦੀਨ ਐਬਕ। ਐਬਕ ਨੇ ਰੂਲ ਕੀਤਾ ਸੀ 1206 ਤੋਂ ਲੈ ਕੇ 1210 ਤੱਕ। 1206 ਤੋਂ ਲੈ ਕੇ 1210 ਤੱਕ ਰੂਲ ਕੀਤਾ। ਇਹਨੇ ਸੁਲਤਾਨ ਦੀ ਉਪਾਧੀ ਨਹੀਂ ਲਈ। ਕਿਉਂ ਨਹੀਂ ਲਈ? ਕਿਉਂਕਿ ਇਹਨੂੰ ਮਾਨਤਾ ਨਹੀਂ ਦਿੱਤੀ ਗਈ। ਇਹਨੂੰ ਮਾਨਤਾ ਇਸ ਕਰਕੇ ਨਹੀਂ ਦਿੱਤੀ ਗਈ ਕਿਉਂਕਿ ਇਹ ਇਸਲਾਮ ਧਰਮ 'ਚ ਮੰਨਿਆ ਗਿਆ ਕਿ ਇਹਨੂੰ ਮੁਹੰਮਦ ਗੋਰੀ ਨੇ ਫ੍ਰੀ ਨਹੀਂ ਕੀਤਾ ਸੀ, ਇਹਨੂੰ ਗੁਲਾਮ ਦਾ ਗੁਲਾਮ ਹੀ ਰਹਿਣ ਦਿੱਤਾ ਸੀ। ਮੁਹੰਮਦ ਗੋਰੀ ਨੂੰ ਪਤਾ ਨਹੀਂ ਸੀ ਕਿ ਜਦੋਂ ਉਹ ਵਾਪਸ ਜਾ ਰਿਹਾ ਹੋਏਗਾ ਤੇ ਉਹਦੇ ਤੇ ਅਟੈਕ ਹੋ ਜਾਏਗਾ ਤੇ ਉੱਥੇ ਹੀ ਮਰ ਜਾਏਗਾ। ਠੀਕ ਹੈ, ਤੇ ਉਹ ਵਾਪਸ ਕਦੀ ਵੀ ਇੰਡੀਆ ਨਹੀਂ ਆ ਪਾਏਗਾ। ਇਸ ਕਰਕੇ ਕੁਤਬਦੀਨ ਐਬਕ ਗੁਲਾਮ ਦਾ ਗੁਲਾਮ ਹੀ ਰਹਿ ਗਿਆ। ਇਸ ਕਰਕੇ ਇਹਨੂੰ ਸੁਲਤਾਨ ਦੀ ਉਪਾਧੀ ਨਹੀਂ ਦਿੱਤੀ ਗਈ ਸੀ, ਨਾ ਇਹਨੂੰ ਸੁਲਤਾਨ ਦੀ ਮਾਨਤਾ ਮਿਲੀ। ਇਸ ਕਰਕੇ ਇਹ ਆਪਦੇ ਨਾਂ ਦੇ ਕੋਇਨਸ ਵੀ ਨਹੀਂ ਇਸ਼ੂ ਕਰ ਪਾਇਆ ਸੀ। ਇਹ ਨਾ ਆਪਣੇ ਨਾਮ ਦੇ ਕੋਇਨਸ ਇਸ਼ੂ ਕਰ ਪਾਇਆ ਸੀ। ਇਹ ਮੁਹੰਮਦ ਗੋਰੀ ਦੇ ਕੋਇਨਸ ਜ਼ਰੂਰ ਇਸ਼ੂ ਹੋਏ ਸੀ, ਜਿਹਦੇ ਵਿੱਚ ਮਾਂ ਲక్ష్ਮੀ ਦੇਵੀ ਦਾ ਚਰਿੱਤਰ ਬਣਿਆ ਹੁੰਦਾ ਸੀ ਤਾਂ ਕਿ ਹਿੰਦੂਜ਼ ਦੀ ਸਿੰਪਥੀ ਮਿਲ ਸਕੇ। ਠੀਕ ਹੈ, ਇਹਨੂੰ ਲੋਰਡ ਆਫ ਮੂਨ ਵੀ ਕਹਿੰਦੇ ਸੀ। ਇਹ ਆਪਣੇ ਨਾਂ ਦੇ ਕੋਇਨਸ ਨਹੀਂ ਇਸ਼ੂ ਕਰ ਪਾਇਆ ਸੀ ਕਿਉਂਕਿ ਇਹਨੇ ਸੁਲਤਾਨ ਦੀ ਉਪਾਧੀ ਨਹੀਂ ਲੈ ਪਾਇਆ ਸੀ, ਸੁਲਤਾਨ ਦੀ ਮਾਨਤਾ ਨਹੀਂ ਦਿੱਤੀ ਗਈ ਸੀ ਇਹਨੂੰ। ਮੁਹੰਮਦ ਗੋਰੀ ਇਸ਼ੂ ਕਰ ਪਾਇਆ ਸੀ। ਠੀਕ ਹੈ, ਉਸ ਤੋਂ ਬਾਅਦ 'ਚ ਆਪਾਂ ਗੱਲ ਕਰੀਏ ਨਾ ਇਹਦੇ ਨਾਂ ਦਾ ਖੁਤਬਾ ਰੀਡ ਕੀਤਾ ਗਿਆ ਸੀ। ਖੁਤਬਾ ਮਤਲਬ ਉਹ ਹੁੰਦਾ ਜਿਹਦੇ ਵਿੱਚ ਜੁਮੇ ਦੀ ਨਮਾਜ਼ ਤੋਂ ਬਾਅਦ, ਫਰਾਈਡੇ ਨੂੰ ਜੁਮੇ ਦੀ ਨਮਾਜ਼ ਤੋਂ ਬਾਅਦ ਜਿਹਦੇ ਸੁਲਤਾਨ ਦੀ ਵੱਡੀ ਉਮਰ ਲਈ ਉਹ ਕਾਮਨਾ ਕਰਦੇ ਨੇ ਤੇ ਖੁਤਬਾ ਰੀਡ ਕਰਦੇ ਨੇ ਤਾਂ ਕਿ ਸਾਡਾ ਸੁਲਤਾਨ ਇੱਕ ਲੰਮੀ ਉਮਰ ਜੀ ਸਕੇ। ਬਟ ਨਾ ਹੀ ਇਹਦੇ ਤੇ ਖੁਤਬਾ ਰੀਡ ਕਰ ਪਾਇਆ ਸੀ ਕਿਉਂਕਿ ਇਹਨੂੰ ਸੁਲਤਾਨ ਦੀ ਉਪਾਧੀ ਨਹੀਂ ਦਿੱਤੀ ਗਈ ਸੀ। ਠੀਕ ਹੈ, ਇਹਨੂੰ ਲਾਖ ਬਖਸ਼ ਵੀ ਕਿਹਾ ਗਿਆ। ਇਹਨੂੰ ਲਾਖ ਬਖਸ਼ ਕਿਉਂ ਕਿਹਾ ਗਿਆ? ਕਿਉਂਕਿ ਕਹਿੰਦੇ ਮੰਨਿਆ ਜਾਂਦਾ ਹੈ ਕਿ ਜਦੋਂ ਮੁਹੰਮਦ ਗੋਰੀ ਆਇਆ ਸੀ ਉਹਨੇ ਲੱਖੋਂ ਹਿੰਦੂਜ਼ ਨੂੰ ਆਪਣਾ ਗੁਲਾਮ ਬਣਾ ਲਿਆ ਸੀ ਤੇ ਇਹਨੇ ਉਹਨਾਂ ਨੂੰ ਫ੍ਰੀ ਕਰਤਾ ਸੀ। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਇਹ ਲੱਖਾਂ ਦਾ ਦਾਨ ਵੀ ਕਰਦਾ ਸੀ, ਬਹੁਤ ਹੀ ਵੱਡਾ ਦਿਲ ਸੀ ਇਹਦਾ ਤੇ ਇਹ ਲੱਖਾਂ ਦਾ ਦਾਨ ਵੀ ਕਰਦਾ ਸੀ। ਇਹਨੂੰ ਲਾਖ ਬਖਸ਼ ਵੀ ਕਿਹਾ ਗਿਆ। ਠੀਕ ਹੈ, ਇਹ ਜਿਹੜੀ ਪੋਸਟ ਸੀ ਸੀਪੀਆ ਸਲਾਰ, ਇਹ ਮਤਲਬ ਕਿ ਸੈਨਾਪਤੀ। ਇਹਨੇ ਸੈਨਾਪਤੀ ਦੀ ਹੀ ਪੋਸਟ ਤੇ ਬਹਿ ਕੇ ਸ਼ਾਸਨ ਕੀਤਾ ਸੀ। ਇਹਨੇ ਸੁਲਤਾਨ ਦੀ ਪੋਸਟ ਤੇ ਬਹਿ ਕੇ ਸ਼ਾਸਨ ਨਹੀਂ ਕੀਤਾ ਸੀ। ਇਹ ਪਹਿਲਾ ਐਸਾ ਰੂਲਰ ਸੀ ਜਿਹਨੇ ਸੈਨਾਪਤੀ ਦੀ ਪੋਸਟ ਤੇ ਰਹਿ ਕੇ ਹੀ ਸ਼ਾਸਨ ਕੀਤਾ ਸੀ। ਇਹਨੇ ਮਹਿਰੌਲੀ ਸ਼ਹਿਰ ਵਸਾਇਆ ਸੀ। ਮਹਿਰੌਲੀ ਸ਼ਹਿਰ ਪਹਿਲੇ ਉੱਥੇ ਰਾਏ ਪਿਤੌਰਾਗੜ੍ਹ ਸਿਟੀ ਹੁੰਦੀ ਸੀ ਦਿੱਲੀ ਦੇ ਕੋਲ, ਜਿਹਨੂੰ ਕਿ ਪ੍ਰਿਥਵੀਰਾਜ ਚੌਹਾਨ ਨੇ ਵਸਾਇਆ ਸੀ। ਆਪਾਂ ਲਾਸਟ ਲੈਕਚਰ ਡਿਸਕਸ ਕੀਤਾ ਸੀ। ਰਾਏ ਪਿਤੌਰਾਗੜ੍ਹ ਕਿਲਾ ਵੀ ਉੱਥੇ ਵਸਾਇਆ ਸੀ ਬਟ ਉਹਨੂੰ ਡਿਸਟਰੋਏ ਕਰਕੇ ਇਹਨੇ ਮਹਿਰੌਲੀ ਸਿਟੀ ਵਸਾਇਆ ਸੀ।
इनके कोल ही इन्हें नींह पत्थर रखा सी किंदा कुतुब मीनार दा, महरौली के कोल ही। कुतुब मीनार दा जो बैटल ऑफ तरेन की लड़ाई खत्म हुई सी, उस तो बाद चो कहते हैं 1192 के सैकेंड बैटल ऑफ तरेन जो जितया सी, उस तो बाद चो इन्हें नींह पत्थर रखता सी कहता कुतुब मीनार दा। मैं तुहानूं डायग्राम ड्रॉ कर देना। कुतुब मीनार बारे थोड़ा जान लिए। आ कुतुब मीनार का ग्राउंड फ्लोर है, ठीक है। ग्राउंड ये किने बिल्ड किया सी? ये किया सी ऐबक ने। फिर अगों फस्ट, सैकेंड, थर्ड, फोर्थ, ये किने बिल्ड की सी? इल्तुतमिश ने। फिफ्थ, सिक्स्थ, ये किने बिल्ड की सी? फिफ्थ स्टोरी तो सिक्स स्टोरी ये की सी जी फिरोज शाह तुगलक ने। ठीक है। ग्राउंड फ्लोर ऐबक, फस्ट सैकेंड थर्ड फोर्थ फ्लोर इल्तुतमिश, मतलब कंप्लीट हो गई सी इतने। फिफ्थ फ्लोर फिर सिक्स फ्लोर किने बिल्ड किया सी? फिरोज शाह तुगलक। मन्निया जाता है जो ब्रिटिश कार्यकाल से उस तो बाद जो आंधी तूफान आया सी तो सिक्स स्टोरी उदों डिग पी सी, डैमेज हो गई सी सिक्स स्टोरी, ठीक है। हुण एट प्रेजेंट सिर्फ फाइव स्टोरीज ही ने एट प्रेजेंट फाइव स्टोरीज ने। तो इनकी हाइट कितनी है? 72.5 मीटर, ठीक है। इनू रिपेयर किने करवाया सी? सिकंदर लोधी ने। बिल्ट बाय, जो उत्थे क्वेश्चन आ जाए बिल्ट बाय, फिर तुसीं लिखना है कुतुब मीनार बिल्ट किने किया सी? ऐबक ने। कंप्लीट किने किया सी? इल्तुतमिश ने। फिफ्थ स्टोरी किंदी है? फिरोज शाह तुगलक ने बनवाई सी। ते रिपेयर किने की? सिकंदर लोधी ने। एट प्रेजेंट कितनी हाइट है? 72.5 मीटर। क्लीयर है? ऐबक ने एक मस्जिद होर बनाई सी, कुव्वतुल इस्लाम मॉस्क। वो दिल्ली की पहली मस्जिद बनी गई है। उस तो बाद इन्हें एक 2.5 दिन का झोंपड़ा भी बनवाया सी। 2.5 दिन का झोंपड़ा जिहड़ा वो अजमेर च है। मन्निया जाता कि वो 2.5 दिन च बनाया सी। उत्थे पहले संस्कृत का एक कॉलेज हुंदा सी जिन्होंने विग्रराज ने चौहान वंश का रूलर से उन्हें बनाया सी, ते इन्हें उनकी जगह 2.5 दिन का झोंपड़ा बनवाया सी। ते जिहड़ी कुव्वतुल इस्लाम मॉस्क है जिहड़ी दिल्ली च है, वो पहली मस्जिद बनी गई है दिल्ली की, ठीक है। उनकी जगह उन्होंने जिहड़ा मटीरियल है वो 27 टैंपल्स नूं उनदे विचों डिस्ट्रॉय करके यानी कि उनदे चों इकट्ठा करके वो मटीरियल इस मस्जिद का निर्माण किया गया सी, कुव्वतुल इस्लाम मॉस्क का। ये पहली मस्जिद है दिल्ली की।
इन्हें अपनी कैपिटल भी लाहौर नूं बनाया सी ऐबक ने। दिल्ली तो नहीं राज किया सी, लाहौर तो राज करता सी बह के। ते 2.5 दिन का झोंपड़ा। ये अजमेर च है। ऐबक नूं खरीदिया किन्ने सी? एक्चुअली पहले नासीपुर का नीसापुर का काजी सी, उन्हें खरीदिया सी। जो नीसापुर के काजी की मृत्यु हो जाती है तो उस तो बाद चो उनके जोड़े मुंडे होंगे ने उन्होंने वेच देंगे ने। तो विकदा होया ऐबक किंदे को आंदा? मुहम्मद गोरी को। मुहम्मद गोरी की नाम है, इनके गुण वेखदा है, इनू अच्छी घुड़सवारी जिमें इनके गुण होंगे ने सारे वो वेखदा है, तो मुहम्मद गोरी नू आपदा स्लेव बना लेंदा है। ठीक है, इस तरह मुहम्मद ऐबक किंदा स्लेव सी मुहम्मद गोरी दा। इनकी कैपिटल ऐबक ने किहदी बनाई सी? लाहौर। लाहौर तो बह के शासन करता सी। ते 2.5 दिन का झोंपड़ा अजमेर च है, कोहलत इस्लाम मोस्क दिल्ली च है। ठीक है, फिर 1210 च इनकी मृत्यु हो जाती है। कित्थे हुंदी मृत्यु? लाहौर च। किद्दां हुंदी मृत्यु? ये पोलो खेडदा हुंदा है, पोलो यानी चौगान। जिवें जिद्दां आपां गल करदे हां घोड़े ते बह के आपां ओह करदे ने खेडदे हुंदे आ, जॉकी स्टिक नाल खेड गया, उवें पोलो खेडदा पिया सी। एक गेम है तो लाहौर च उहदे तो डिग पैंदा ते उहदी मृत्यु हो जाती है। मन्निया जाता है कि जिद्दां ये मेवाड़ दे एक शासन हुंदा सी करण सिंह, ये मेवाड़ ते इन्हें अटैक किया ऐबक ने, करण सिंह नूं चक के लै गया लाहौर। ठीक है, उनके घोड़े जिन्ना कि नाम मेवाड़ सिंह के घोड़े का नाम की सी? सुबक्र। सुबक्र उनका वफादार घोड़ा सी, बहुत ही करण सिंह का वफादार घोड़ा सी। उनके घोड़े समेत उन्होंने लै जाता लाहौर ऐबक। मन्निया जाता है उत्थे ये पोलो खेडदा पिया सी ते नाल जंजीरां ते कैद किहनूं कीता होया सी? मेवाड़ सिंह के राजा करण सिंह नूं ऐबक ने। ते उनके घोड़े ते बैठ के पोलो खेडदा हुंदा है ऐबक सुबक्र ते। ठीक है, सुबक्र ते बह के पोलो खेडदा हुंदा है ते सुबक्र इनू डेक दिंदा है, मतलब कह लो अपनी वफादारी निभांदा, इनू डेकदा है। तो उस तो बाद चो इन्हें छाती ते वार करता अपनी लत्तां नाल ते इनकी मृत्यु उत्थे ही हो जाती है। तो फिर उस तो बाद ये मेवाड़ के राजा करण सिंह नूं लैके कित्थे ले आंदा है? उनका घोड़ा सुबक्र कित्थे ले आंदा है? मेवाड़ ले आंदा है। मेवाड़ ते जो पहुँचता है तो जिवें करण सिंह उनके हत्थ फेरदा है, उनकी मृत्यु हो जाती है सुबक्र की। ये एक कहावत है जो कि मन्नी गई है, मतलब उनकी वफादारी के बारे दसिया गया है। मेवाड़ सिंह के राजा करण सिंह के घोड़े सुबक्र की, इन्ना वफादार उनका घोड़ा से। ठीक है, 1210 च इनकी मृत्यु होती है लाहौर वाइल प्लेइंग चौगन। घोड़े तो डिग पैंदा है। ठीक है, तो मैं थोड़ा जिहा रिवाइज करवा देना ऐबक बारे। इनू लॉर्ड ऑफ मून भी कहा गया, इनू लाख बख्श भी कहा गया। इन्हें ना तो कोई कॉइन्स इशू नहीं किए गए, इनू सुल्तान की उपाधि नहीं दी गई। इनू सुल्तान की उपाधि क्यों नहीं दी गई? क्योंकि सुल्तान की उपाधि इस करके दी गई सी क्योंकि इनू फ्री नहीं किया सी किन्ने? गोरी ने। ठीक है, गोरी ने इनू फ्री नहीं किया सी, इस करके इनू सुल्तान की उपाधि नहीं दी गई सी। ठीक है, इन्हें ना तो खुतबा ने भी जारी नहीं किया गया, खुतबा जिन्हें सुल्तान की लंबी उम्र लिए कामना करते हैं। इन्हें कुव्वतुल इस्लाम मोस्क बनाई है, इन्हें 2.5 दिन का झोंपड़ा अजमेर च बनाया, इन्हें कुतुब मीनार की नींह पत्थर रखा सी। फस्ट ग्राउंड फ्लोर इन्हें ही बनाया सी, जिंदे 4 बिल्डिंगा फस्ट सैकेंड थर्ड फोर्थ किन्ने बनाया? इल्तुतमिश ने। 5th ते 6th किन्ने बनाई? फिरोज शाह तुगलक ने। 6th स्टोरी जी है वो डिस्ट्रॉय हो जाती है ब्रिटिश कार्यकाल जो आंधी तूफान आता है, मन्निया जाता है। ठीक है, उस तो बाद चो सिकंदर लोधी ने कुतुब मीनार की रिपेयर करवाई सी। उस तो बाद चो आप गल की सी इनकी मृत्यु कित्थे होंदी है? 1210 च लाहौर च
ਵਾਈਲ ਪਲੇਇੰਗ ਚੌਗਨ ਪੋਲੋ। ਠੀਕ ਹੈ, ਇਹ ਸਾਰਾ ਅਸੀਂ ਕਿਹਦੇ ਬਾਰੇ, ਕੁਤਬੁਦੀਨ ਐਬਕ ਬਾਰੇ। ਜਦੋਂ ਕੁਤਬੁਦੀਨ ਐਬਕ ਦੀ ਡੈਥ ਹੁੰਦੀ ਇਹਦਾ ਬੇਟਾ ਆਰਾਮ ਸ਼ਾਹ ਗੱਦੀ ਤੇ ਬਹਿ ਜਾਂਦਾ। ਠੀਕ ਹੈ, ਬਟ ਉਹਨੂੰ ਝੂਠਾ ਦਾਅਵੇਦਾਰ ਕਹਿ ਦਿੰਦੇ ਨੇ ਉਹਦੇ ਦਰਬਾਰੀ ਕਿ ਇਹ ਮੁੰਡਾ ਹੀ ਨਹੀਂ ਹੈਗਾ। ਠੀਕ ਹੈ, ਉਸ ਤੋਂ ਬਾਅਦ 'ਚ ਉਹ ਇਨਵਾਈਟ ਕਰਦੇ ਕਿਹਨੂੰ, ਇਲਤੁਤਮਿਸ਼ ਨੂੰ। ਉਹ ਇਸ ਟਾਈਮ ਇਲਤੁਤਮਿਸ਼ ਕਿੱਥੇ ਹੁੰਦਾ, ਉਹ ਬਦਾਯੂ 'ਚ ਗਵਰਨਰ ਦੇ ਪੋਸਟ 'ਤੇ ਰੂਲ ਕਰ ਰਿਹਾ ਹੁੰਦਾ, ਤਾਂ ਉਹਨੂੰ ਇਨਵਾਈਟ ਕਰਦੇ ਨੇ ਬਦਾਯੂ ਜਾ ਕੇ ਕਿ ਇੱਥੇ ਆ ਕੇ ਰੂਲ ਕਰੋ। ਅਤੇ ਉਹ ਇਲਤੁਤਮਿਸ਼ ਹੈ, ਉਹ ਵੀ ਕਿੰਦਾ ਗੁਲਾਮ ਅਤੇ ਦਮਾਦ ਕਿੰਦਾ ਹੁੰਦਾ ਕੁਤਬੁਦੀਨ ਐਬਕ ਦਾ। ਹੁਣ ਨੈਕਸਟ ਆਪਾਂ ਗੱਲ ਕਰਾਂਗੇ ਕੁਤਬੁਦੀਨ ਇਲਤੁਤਮਿਸ਼ ਦੀ। ਕਿਤੇ ਕਿਤੇ 1210 ਮੰਨਿਆ ਗਿਆ, ਕਿਤੇ ਕਿਤੇ 1211। ਇਹ ਇੱਕ ਸ਼ਮਸੀ ਤੁਰਕ ਸੀ, ਇਹਦਾ ਪੂਰਾ ਨਾਮ ਸ਼ਮਸੁਦੀਨ ਇਲਤੁਤਮਿਸ਼ ਹੈ। ਸ਼ਮਸੁਦੀਨ ਇਲਤੁਤਮਿਸ਼ ਸ਼ਮਸੀ ਤੁਰਕ ਸੀ ਇਹ। ਇਹ ਕਿੰਨਾ ਗੁਲਾਮ ਤੇ ਦਮਾਦ ਸੀ ਐਬਕ ਦਾ। ਇਹਨੂੰ ਐਬਕ ਨੇ ਫ੍ਰੀ ਕਰਤਾ ਸੀ, ਇਸ ਕਰਕੇ ਇਹਨੇ ਸੁਲਤਾਨ ਦੀ ਜਿਹੜੀ ਪੋਸਟ ਹੈ ਉਹ ਸੁਲਤਾਨ ਦੀ ਪਦਵੀ ਲਿੱਤੀ ਹੋਈ ਹੈ। ਇਸ ਕਰਕੇ ਇਹਨੂੰ ਫਸਟ ਸੁਲਤਾਨ ਆਫ ਦਿੱਲੀ ਸਲਤਨਤ ਵੀ ਮੰਨਿਆ ਗਿਆ। ਮੈਂ ਮੁਹੰਮਦ ਗਜਨਵੀ ਬਾਰੇ ਗੱਲ ਕੀਤੀ ਸੀ, ਜਦੋਂ ਉਹਨੂੰ ਫਸਟ ਸੁਲਤਾਨ ਮੁਸਲਿਮ ਜਗਤ ਦਾ ਮੰਨਿਆ ਗਿਆ, ਬਟ ਦਿੱਲੀ ਸਲਤਨਤ 'ਚ ਪਹਿਲਾ ਸੁਲਤਾਨ ਜੇ ਆ ਜਾਏ ਤੁਸੀਂ ਟਿਕ ਕਰਨਾ ਇਲਤੁਤਮਿਸ਼ 'ਤੇ। ਇਹ ਫਸਟ ਸੁਲਤਾਨ ਹੈ ਦਿੱਲੀ ਸਲਤਨਤ ਦਾ। ਇਹ ਦਮਾਦ ਤੇ ਗੁਲਾਮ ਕਿੰਦਾ ਸੀ ਐਬਕ ਦਾ। ਕਿਉਂਕਿ ਇਹ ਸੁਲਤਾਨ ਦੀ ਨੇ ਪਦਵੀ ਲਿੱਤੀ ਸੀ, ਇਸ ਕਰਕੇ ਨੇ 2 ਕੋਇਨਸ ਵੀ ਇਸ਼ੂ ਕੀਤੇ ਸੀ ਜਿਨ੍ਹਾਂ ਨਾਮ ਸੀ ਜੀਤਲ ਤੇ ਟੰਕਾ। ਜੀਤਲ ਤੇ ਟੰਕਾ, ਟੰਕਾ ਸੀ ਉਹ ਚਾਂਦੀ ਦਾ ਸੀ, ਸਿਲਵਰ ਦਾ ਸੀ। ਜਿਹੜਾ ਜੀਤਲ ਸੀ ਉਹ ਕੋਪਰ ਦਾ ਸੀ, ਤਾਂਬੇ ਦਾ ਸੀ। ਠੀਕ ਹੈ, ਉਹਦੇ ਵਿੱਚ ਇਹਨੇ ਆਪਣੇ ਕੈਲਿਫ, ਠੀਕ ਹੈ, ਕੈਲਿਫ ਉਸ ਟਾਈਮ ਕੌਣ ਸੀ, ਮੁਹੰਮਦ ਅਲ ਮੁੰਤਸਿਰ ਬਿੱਲਾ, ਇਹਨੇ ਹੀ ਸੁਲਤਾਨ ਦੀ ਉਪਾਧੀ ਦਿੱਤੀ ਸੀ ਇਲਤੁਤਮਿਸ਼ ਨੂੰ। ਅਲ ਮੁੰਤਸਿਰ ਬਿੱਲਾ ਉਸ ਟਾਈਮ ਕੈਲਿਫ ਇਹ ਸੀ, ਜਿੱਦਾਂ ਕਿ ਆਪਾਂ ਪੜ੍ਹ ਰਹੇ ਪ੍ਰੋਫੈਟ ਮੁਹੰਮਦ ਦੇ ਅੱਗੋਂ ਉੱਤਰਾਧਿਕਾਰੀਆਂ ਨੂੰ, ਧਰਮ ਗੁਰੂਆਂ ਨੂੰ, ਉੱਤਰਾਧਿਕਾਰੀਆਂ ਨੂੰ ਉਹ ਮੰਨਿਆ ਗਿਆ, ਇਸਲਾਮ ਦੇ ਪ੍ਰੋਫੈਟਸ ਕੈਲਿਫ ਮੰਨਿਆ ਗਿਆ, ਉਹਨਾਂ ਨੂੰ ਧਰਮ ਗੁਰੂ ਮੰਨਿਆ ਗਿਆ। ਅਲ ਮੁੰਤਸਿਰ ਬਿੱਲਾ ਇਹਨੂੰ ਉਪਾਧੀ ਦਿੱਤੀ ਸੀ ਸੁਲਤਾਨ ਦੀ ਇਸ ਟਾਈਮ। ਮੁਹੰਮਦ ਗਜਨਵੀ ਨੂੰ ਕਿਹਨੂੰ ਉਪਾਧੀ ਦਿੱਤੀ ਸੀ, ਮੁਹੰਮਦ ਗਜਨਵੀ ਨੂੰ ਸੁਲਤਾਨ ਦੀ ਉਪਾਧੀ ਦਿੱਤੀ ਸੀ ਅਲ ਕਾਦਰ ਬਿੱਲਾ ਨੇ। ਇਹ ਅਲ ਮੁੰਤਸਿਰ ਬਿੱਲਾ ਬਗਦਾਦ ਦਾ, ਇਸ ਟਾਈਮ ਬਗਦਾਦ 'ਚ ਇਹ ਕੈਲਿਫ ਸੀ, ਇਹਨੇ ਉਪਾਧੀ ਦਿੱਤੀ ਸੀ ਇਹਨੂੰ ਸੁਲਤਾਨ ਦੀ। ਇਹਨੇ 2 ਕੋਇਨਸ ਚਲਾਏ ਸੀ, ਜੀਤਲ ਤੇ ਟੰਕਾ। ਜਿਹੜਾ ਜੀਤਲ ਸੀ ਉਹ ਕੋਪਰ ਦਾ ਸੀ, ਜਿਹੜਾ ਟੰਕਾ ਸੀ ਉਹ ਸਿਲਵਰ ਦਾ ਸੀ, ਤਾਂਬੇ ਦਾ ਬਣਿਆ ਹੋਇਆ ਸੀ, ਚਾਂਦੀ ਦਾ ਬਣਿਆ ਹੋਇਆ ਸੀ। ਹੁਣ ਇਹਨੇ ਕੀ ਕੀਤਾ, ਇਹਨਾਂ ਕੋਇਨਸ ਤੇ ਇੱਕ ਤਾਂ ਆਪਣਾ ਨਾਮ ਲਿਖਵਾਇਆ ਸੁਲਤਾਨ ਦਾ, ਇੱਕ ਕੈਲਿਫ ਦਾ ਨਾਮ ਲਿਖਵਾਇਆ ਮੁੰਤਸਿਰ ਬਿੱਲਾ ਦਾ। ਠੀਕ ਹੈ, ਇੱਕ ਉਸ ਤੋਂ ਬਾਅਦ 'ਚੋਂ ਹਿੰਦੂ ਦੀ ਪੋਪੂਲੇਸ਼ਨ ਇੱਥੇ ਜ਼ਿਆਦਾ ਸੀ, ਇਹਨੇ ਸਿੰਪਥੀ ਲੈਣ ਵਿੱਚ ਤੇ ਮਾਤਾ ਲਕਸ਼ਮੀ ਦੇਵੀ ਦਾ ਤੇ ਨੰਦੀ ਬੈਲ ਦਾ, ਉਹਨਾਂ ਦੋਵਾਂ ਦਾ ਚਿੱਤਰ ਛਿਪਵਾਇਆ ਕਿੰਦੇ ਤੇ, ਦੋਵਾਂ ਕੋਇਨਸ ਤੇ। ਇਹ ਦੋਵਾਂ ਕੋਇਨਸ ਤੇ ਆਪਦਾ ਨਾਮ ਲਿਖਵਾਇਆ। ਠੀਕ ਹੈ, ਆਪਣੇ ਕੈਲਿਫ ਦਾ ਨਾਮ ਲਿਖਵਾਇਆ। ਫਿਰ ਹਿੰਦੂ ਦੀ ਸਿੰਪਥੀ ਲੈਣ ਲਈ ਲਕਸ਼ਮੀ ਦੇਵੀ ਤੇ ਮਾਤਾ ਲਕਸ਼ਮੀ ਦੇਵੀ ਤੇ ਨੰਦੀ ਬੈਲ ਦਾ ਚਿੱਤਰ ਛਪਵਾਇਆ।
ठीक है, क्लियर है। ਈਵਨ ਕਿ ਅਲ ਮੁੰਤਸਿਰ ਬਿੱਲਾ ਨੇ ਇਹਨੂੰ ਰੋਬ ਵੀ ਭੇਜਿਆ ਸੀ। ਰੋਬ ਇੱਕ ਤਰ੍ਹਾਂ ਦਾ ਤੁਸੀਂ ਕਹਿ ਲਓ ਕਲੋਥ ornament ਹੀ ਹੁੰਦਾ ਜਿਹਦੇ 'ਚ ਸ਼ੋਲ ਟਾਈਪ ਹੁੰਦਾ, ਜਿਵੇਂ ਉਹ ਇੱਕ ਪ੍ਰੋਪਰ ਸ਼ੋਲ ਹੁੰਦਾ ਤਾਂ ਕਿ ਇੱਕ ਰਿਸਪੈਕਟ ਦੇ ਤੌਰ ਦਿੱਤਾ ਜਾਂਦਾ ਇੱਕ ਸੁਲਤਾਨ ਨੂੰ, ਤਾਂ ਕਿ ਉਹ ਪਹਿਨ ਕੇ ਉਹਨੂੰ ਰੂਲ ਕਰ ਸਕੇ, ਐਡਮਿਨਿਸਟ੍ਰੇਸ਼ਨ ਚਲਾ ਸਕੇ ਅੱਛੀ ਤਰ੍ਹਾਂ। ਠੀਕ ਹੈ, ਜਦੋਂ ਇਹਨੂੰ ਸੁਲਤਾਨ ਦੀ ਪਦਵੀ ਦਿੱਤੀ ਸੀ ਕੈਲਿਫ ਅਲ ਮੁੰਤਸਿਰ ਬਿੱਲਾ ਨੇ, ਇਹਨੂੰ ਰੋਬ ਦਿੱਤਾ ਸੀ। ਇਹ ਕਿਹਨੇ ਦਿੱਤਾ ਸੀ? ਕੈਲਿਫ ਨੇ, ਅਲ ਮੁੰਤਸਿਰ ਬਿੱਲਾ ਨੇ। ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰੀਏ, ਇਹਨੇ ਇੱਕ ਟਾਈਟਲ ਲਿਆ ਸੀ ਆਮਿਰ ਉਲ ਮੋਮਿਨ। ਇਹਨੇ ਇੱਕ ਟਾਈਟਲ ਵੀ ਲਿਆ ਸੀ ਇਲਤੁਤਮਿਸ਼ ਨੇ। ਇਹਦੇ ਨਾਂ ਦਾ ਖੁਤਬਾ ਵੀ ਪੜਿਆ ਗਿਆ ਸੀ, ਕਿਉਂਕਿ ਇਹਨੂੰ ਆਫੀਸ਼ੀਅਲੀ ਸੁਲਤਾਨ ਡਿਕਲੇਅਰ ਕਰਤਾ ਸੀ। ਇਹਦੇ ਨਾਂ ਦਾ ਖੁਤਬਾ ਵੀ ਪੜਿਆ ਗਿਆ ਸੀ। ਠੀਕ ਹੈ, ਜਿੰਦੇ 'ਚ ਸੁਲਤਾਨ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਨੇ। ਫਿਰ ਆਪਾਂ ਨੈਕਸਟ ਗੱਲ ਕਰੀਏ, ਜਿਹੜੇ 40 ਦਰਬਾਰੀਆਂ ਨੇ ਇਹਨੂੰ ਬੁਲਾਇਆ ਸੀ ਇੱਥੇ, ਆਰਮ ਸ਼ਾਹ ਨੂੰ ਹਟਾ ਕੇ ਬਦਾਯੂੰ ਦੇ ਗਵਰਨਰ ਇਲਤੁਤਮਿਸ਼ ਨੂੰ ਇੱਥੇ ਬੁਲਾਇਆ ਸੀ ਤਾਂ ਕਿ ਇੱਥੇ ਰੂਲ ਕਰ ਸਕੇ। ਇਹਨਾਂ ਨੇ ਉਹਦੀ ਰਿਸਪੈਕਟ 'ਚ ਇੱਕ ਸਿਸਟਮ ਅਡਾਪਟ ਕੀਤਾ ਸੀ ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ਚਹਿਲਗਾਨੀ। ਚਾਲੀਸਾ ਵੀ ਕਿਹਾ ਗਿਆ। टर्किश ए चहलगानी भी कहा गया है। ग्रुप ऑफ 40 नोबल्स भी कहा गया। ठीक है, ਇਹ ਇਹਦੇ ਜਿਹੜੇ ਆ ਸਿਸਟਮ ਸੀ, ਜਿਹੜਾ 40 ਤੁਰਕ ਦਰਬਾਰੀ ਸੀ, ਇਹ ਇਹਨੇ ਅਡਾਪਟ ਕਰ ਲਿਆ ਸੀ ਸਿਸਟਮ, ਜਿੰਦੇ 'ਚ ਇਹ 40 ਕੈਬਨਿਟ ਮਿਨਿਸਟਰਸ, ਜਿਵੇਂ ਅੱਜ ਦੀ ਡੇਟ 'ਚ PM ਮੋਦੀ ਦੇ ਨਾਲ ਕੈਬਨਿਟ ਬਣਦੀ ਹੈ, ਉਸ ਤਰ੍ਹਾਂ ਹੀ ਇਲਤੁਤਮਿਸ਼ ਨੇ 40 ਜਿਹੜੇ ਨੋਬਲ ਸੀ, ਇਹਨਾਂ ਨੂੰ ਟਰਕਿਸ਼ ਨੋਬਲ ਸੀ, ਇਹਨਾਂ ਨੂੰ ਅਪਾਇੰਟ ਕਰ ਲਿਆ ਸੀ ਆਪਣੇ ਨਾਲ ਇੱਕ ਕੈਬਨਿਟ ਮਿਨਿਸਟਰ ਦੇ ਤੌਰ ਤੇ। ਠੀਕ ਹੈ, ਜਿੰਦੇ ਵਿੱਚ ਇਹ ਫੈਸਲੇ ਕਰਦੇ ਸੀ ਤੇ ਜਿਹੜਾ ਸੀ ਇਲਤੁਤਮਿਸ਼ ਇਹਨਾਂ ਕੋਲ ਸਲਾਹ ਲੈਂਦਾ ਸੀ ਕਿਵੇਂ ਰੂਲ ਐਡਮਿਨਿਸਟ੍ਰੇਸ਼ਨ ਚਲਾਉਣਾ ਹੈ, ਸਾਰਾ ਕੁਛ। ਇਹ ਪਹਿਲਾਂ ਤਾਂ ਇਹਨੂੰ ਅਪਾਇੰਟ ਕੀਤਾ ਕੈਬਨਿਟ ਮਿਨਿਸਟਰ ਦੀ ਤਰ੍ਹਾਂ, ਉਸ ਤੋਂ ਬਾਅਦ 'ਚੋਂ ਇਹ ਕਿੰਗ ਮੇਕਰਸ ਦੀ, ਇਲਤੁਤਮਿਸ਼ ਦੀ ਡੈਥ ਤੋਂ ਬਾਅਦ 'ਚੋਂ ਇਹ ਕਿੰਗ ਮੇਕਰਸ ਦੇ ਰੂਲ 'ਚ ਆ ਗਏ। ਠੀਕ ਹੈ, ਕਿਉਂਕਿ ਇਸ ਤੋਂ ਬਾਅਦ 'ਚੋਂ ਇਹਨਾਂ ਨੇ ਸੁਲਤਾਨ ਬਣਾਉਣੇ ਸ਼ੁਰੂ ਕਰਤੇ। ਉਸ ਤੋਂ ਬਾਅਦ ਜਦੋਂ ਸੁਲਤਾਨ ਬਣਾਉਣੇ ਸ਼ੁਰੂ ਕੀਤੇ ਤੇ ਇਹ ਕਿਸੇ ਨੂੰ ਵੀ ਜਿਹੜਾ ਡਿਜ਼ਰਵਿੰਗ ਨਹੀਂ ਵੀ ਕਰਦਾ ਸੀ ਉਹਨੂੰ ਸੁਲਤਾਨ ਬਣਾ ਦਿੰਦੇ ਸੀ। ਜਿਵੇਂ ਕਿ ਰੁਕਨੁਦੀਨ ਫਿਰੋਜ਼ ਸ਼ਾਹ ਨੂੰ ਸੁਲਤਾਨ ਬਣਾਤਾ, ਰੁਕਨੁਦੀਨ ਫਿਰੋਜ਼ ਸ਼ਾਹ ਨੂੰ ਸੁਲਤਾਨ ਬਣਾਤਾ। ਡਿਜ਼ਰਵਿੰਗ ਕੌਣ ਸੀ? ਰਜ਼ੀਆ ਸੁਲਤਾਨਾ, ਇਲਤੁਤਮਿਸ਼ ਦੀ ਬੇਟੀ, ਆਪਾਂ ਅੱਗੇ ਨੈਕਸਟ ਪੜਾਂਗੇ। ਤੇ ਰਜ਼ੀਆ ਸੁਲਤਾਨਾ ਇਹਨਾਂ 40 ਤੁਰਕ ਦੀ ਹੀ ਸ਼ਿਕਾਰ ਹੋ ਗਈ। ਆਪਾਂ ਗਾਣਾ ਸੁਣਿਆ ਹੈਗਾ, ਰਜ਼ੀਆ ਗੁੰਡੋਂ ਮੇਂ ਫਸ ਗਈ। ਉਹ 40 ਜਿਹੜੇ ਤੁਰਕ ਸੀ ਉਹ ਇਹੀ ਸੀ ਜਿਹੜੇ ਜਿਨ੍ਹਾਂ ਨੇ ਉਹਦੇ ਤੇ ਮਤਲਬ ਛੜਯੰਤਰ ਰਚੇ ਸੀ ਕਿੱਦਾਂ ਰਜ਼ੀਆ ਨੂੰ ਗੱਦੀ ਤੋਂ ਹਟਾਇਆ ਜਾਏ। ਠੀਕ ਹੈ, ਉਸ ਤੋਂ ਬਾਅਦ 'ਚੋਂ ਜਦੋਂ ਨਸੀਰੁਦੀਨ ਮਹਿਮੂਦ ਸ਼ਾਹ ਤੱਕ ਗੱਲ ਪਹੁੰਚੀ, ਜਦੋਂ ਉਸ ਤੋਂ ਬਾਅਦ 'ਚੋਂ ਜਦੋਂ ਮਾਰ ਕੇ ਬਾਲਬਨ ਜਦੋਂ ਮਾਰਦਾ ਨਸੀਰੁਦੀਨ ਮਹਿਮੂਦ ਸ਼ਾਹ ਨੂੰ ਤੇ ਗੱਦੀ ਤੇ ਬਹਿੰਦਾ, ਤੇ ਜਿਹੜਾ ਸਿਸਟਮ ਇਲਤੁਤਮਿਸ਼ ਨੇ ਅਡਾਪਟ ਕੀਤਾ ਹੁੰਦਾ ਉਹਨੂੰ ਪਤਾ ਲੱਗ ਗਿਆ ਕਿ ਜਿਹੜੇ ਉਹਨਾਂ 40 ਤੁਰਕ ਦਰਬਾਰੀ ਨੇ ਇਹ ਮੇਰੇ ਮੌਤ ਦਾ ਪਤਨ ਵੀ ਕਰ ਸਕਦੇ ਨੇ, ਇਹ ਮਤਲਬ ਡਾਊਨਫਾਲ ਮੇਰਾ ਵੀ ਹੋਏਗਾ ਇਸ ਤੋਂ ਬਾਅਦ 'ਚੋਂ। ਅਤੇ ਜਿਹਨੀ ਮੇਰੀ ਮੌਤ ਦਾ ਕਾਰਨ ਕੌਣ ਬਣਨਗੇ? ਇਹ 40 ਤੁਰਕ ਦਰਬਾਰੀ ਹੀ ਬਣਨਗੇ। ਅਤੇ ਇਹਨੇ ਕੀ ਕੀਤਾ, ਇਹਨੇ ਸੂਝ-ਬੂਝ ਨਾਲ ਇਹ 40 ਤੁਰਕ ਦਰਬਾਰੀਆਂ ਨੂੰ ਹੀ ਇਲੀਮੀਨੇਟ ਕਰਤਾ। ਇਹਨੇ ਇਹ ਸਿਸਟਮ ਹੀ ਖਤਮ ਕਰਤਾ ਸੀ। ਆਪਾਂ ਇਹ ਸਾਰਾ ਨੈਕਸਟ ਪੜ੍ਹਾਂਗੇ ਬਲਬਨ ਬਾਰੇ, ਜਦੋਂ ਇਹ ਕਿਵੇਂ ਇਲੀਮੀਨੇਟ ਕਰਦਾ ਹੈ। फिर इन्हें 4 टैक्स लगाए सी, 4 लीगल टैक्स लगाए सी इल्तुतमिश ने।
फस्ट जजिया ਜਿਹੜਾ कि मुहम्मद बिन कासिम तो चलता आ रहा सी, ਜਿਹੜਾ कि नॉन मुस्लिम्स तो लिया ਜਾਂਦਾ ਸੀ। ब्राह्मण्स ते बैगर्स ਤੁਹਾਨੂੰ ਮੈਂ ਦੱਸਿਆ ਸੀ ਉਹਨਾਂ ਨੂੰ ਮਾਫ ਸੀ ਜਜ਼ੀਆ ਟੈਕਸ, ਠੀਕ ਹੈ। ਜਾਂ ਤਾਂ ਕਹਿੰਦੇ ਸੀ ਮੁਸਲਮਾਨ ਬਣ ਜਾਓ ਜਾਂ ਜਜ਼ੀਆ ਲੈ ਲਓ, ਜਜ਼ੀਆ ਦਿਓ ਸਾਨੂੰ, ਠੀਕ ਹੈ। ਉਸ ਤੋਂ ਬਾਅਦ ਉਹ ਨੈਕਸਟ ਲਾਇਆ ਸੀ ਜ਼ਕਾਤ। ਜ਼ਕਾਤ 1/40 ਹੁੰਦਾ ਹੈ। ਇਹ ਮੁਸਲਿਮਸ ਤੇ ਲਾਇਆ ਗਿਆ ਸੀ, ਇਹ ਆਪਸ਼ਨਲ ਟੈਕਸ ਸੀ। ਮਰਜ਼ੀ ਹੈ ਦੇਣਾ ਟੈਕਸ ਦੇ ਦਿਓ, ਠੀਕ ਹੈ। ਤੇ ਤਾਂ ਕਿ ਇਹ ਜਿਹੜਾ ਟੈਕਸ ਇਸ ਕਰਕੇ ਲਿੱਤਾ ਜਾਂਦਾ ਸੀ ਤਾਂ ਕਿ ਅਸੀਂ ਮਸਜਿਦ ਬਣਾ ਸਕੀਏ, ਅਸੀਂ ਆਪਦੇ ਇਸਲਾਮ ਧਰਮ ਨੂੰ ਅੱਗੇ ਕਿਵੇਂ ਫੈਲਾਉਣਾ ਹੈ, ਕਿਵੇਂ ਸਕੂਲਿੰਗ ਤੇ ਐਜੂਕੇਸ਼ਨ ਤੇ, ਇਸ ਕਰਕੇ ਇਹ ਟੈਕਸ ਲਿੱਤਾ ਜਾਂਦਾ ਸੀ ਜ਼ਕਾਤ, ਠੀਕ ਹੈ। ਇਹ ਦੋਵੇਂ ਰਿਲੀਜੀਅਸ ਟੈਕਸ ਸੀ। ਉਸ ਤੋਂ ਬਾਅਦ ਚੋਂ ਨੈਕਸਟ ਸੀ ਖਿਰਾਜ ਟੈਕਸ, ਇਹਨੂੰ ਖਰਾਜ ਵੀ ਕਹਿ ਦਿੰਦੇ ਨੇ। ਇਹ लैंड टैक्स ਸੀ, ठीक है। ये लैंड टैक्स ਸੀ। ये 1/3 इल्तुतमिश ने लिया आपदे टाइम ते, 1/2 अलाउद्दीन खिलजी ने लिया, ठीक है। ਤੇ ਸਭ ਤੋਂ ਜ਼ਿਆਦਾ ਲਿਆ ਸੀ 2/3 ਮੁਹੰਮਦ ਬਿਨ ਤੁਗਲਕ ਨੇ। ਨੈਕਸਟ ਆਪਾਂ ਗੱਲ ਕਰਾਂਗੇ ਜੋ ਤੁਗਲਕ ਵੰਸ਼ ਆਏਗਾ, ਖਿਰਾਜ ਜਾਂ ਖਰਾਜ, ਠੀਕ ਹੈ। ਤੇ ਚੌਥਾ ਟੈਕਸ ਸੀ ਖੁਮਸ, ਵਾਰ ਬੂਟੀ। ਇਹ ਤੁਹਾਨੂੰ ਹੁਣੇ ਸਮਝਾਣਾ। ਇਸ ਤੋਂ ਪਹਿਲਾਂ ਆਪਾਂ ਇੱਕ ਸਿਸਟਮ ਇਹਨੇ ਅਡਾਪਟ ਕੀਤਾ ਸੀ, ਖੁਮਸ ਬਾਰੇ ਵੀ ਦੱਸਾਂਗਾ ਤੁਹਾਨੂੰ ਹੁਣੇ ਸਾਰਾ। ਇਹ 4 ਟੈਕਸ ਨੇ ਲਗਾਏ ਸੀ, ਖਿਰਾਜ, ਜਜ਼ੀਆ, ਖੁਮਸ ਤੇ ਜ਼ਕਾਤ। ਇਹਨੇ ਸਟਾਰਟ ਕੀਤਾ ਸੀ ਇੱਕ ਨਿਊ ਸਿਸਟਮ, ਇਕਤਾਦਾਰੀ ਸਿਸਟਮ। ਹੁਣ ਇਕਤਾਦਾਰੀ ਸਿਸਟਮ ਕੀ ਸੀ? ਇਕਤਾਦਾਰੀ ਸਿਸਟਮ ਮਤਲਬ ਇਹ ਹੁੰਦਾ, ਇਕਤਾ ਮਤਲਬ ਹੁੰਦਾ ਵੱਡੀ ਵੱਡੀ ਜਾਗੀਰ। ਹੁਣ ਕੀ ਹੁੰਦਾ ਸੀ, ਇਹ ਜਿਹੜੀ ਇਹਦੀ ਸੋਲਜਰ ਸੀ, ਇਹਦੇ ਜਿਹੜੇ ਸਿਪਾਹੀ ਸੀ, ਜਿਹੜੀ ਇਹਦੀ ਸੈਨਾ ਸੀ, ਇਹ ਉਹਨਾਂ ਨੂੰ ਕੈਸ਼ ਪੇਮੈਂਟ ਨਹੀਂ ਦਿੰਦਾ ਸੀ। ਕੈਸ਼ ਪੇਮੈਂਟ ਕਿਉਂ ਨਹੀਂ ਦਿੰਦਾ ਸੀ? ਕੈਸ਼ ਪੇਮੈਂਟ ਇਸ ਕਰਕੇ ਨਹੀਂ ਦਿੰਦਾ ਸੀ, ਇਹਨੂੰ ਇਹ ਲੱਗਦਾ ਸੀ ਇੱਥੇ ਮੁਸਲਿਮ ਪੋਪੂਲੇਸ਼ਨ ਹੈਗੀ ਹੈ ਘੱਟ। ਜੇ ਇਨ ਕੇਸ ਅਗਰ ਇਹ ਕੈਸ਼ ਪੇਮੈਂਟ ਦੇਣੀ ਸ਼ੁਰੂ ਕਰਦੇ ਆਪਦੀ ਮੁਸਲਿਮ ਪੋਪੂਲੇਸ਼ਨ ਨੂੰ ਜਿਹੜੀ ਸੈਨਾ 'ਚ ਭਰਤੀ ਹੈ, ਠੀਕ ਹੈ, ਤੇ ਇਹ ਆਫਟਰ ਰਿਟਾਇਰਮੈਂਟ ਕਿੱਥੇ ਚੱਲ ਜਾਣਗੇ? ਆਪਣੇ ਗੋਲ ਵਾਪਸ ਚੱਲ ਜਾਣਗੇ, ਅਫਗਾਨਿਸਤਾਨ ਵਾਪਸ ਚੱਲ ਜਾਣਗੇ, ਠੀਕ ਹੈ। ਤੇ ਇਹ ਕੀ ਕਰਦਾ ਸੀ, ਇਹ ਕੈਸ਼ ਪੇਮੈਂਟ ਦੇਣ ਦੀ ਬਜਾਏ ਇਕਤਾ ਦੇ ਦਿੰਦਾ ਸੀ। ਇਕਤਾ ਮਤਲਬ ਲੈਂਡ ਉਹਨਾਂ ਨੂੰ ਦੇ, ਇੱਕ ਪਰਮਾਨੈਂਟ ਲੈਂਡ ਦੇ ਦਿੰਦਾ ਸੀ, ਉੱਥੇ ਜੋ ਮਰਜ਼ੀ ਕਰੋ ਤੁਸੀਂ, ਠੀਕ ਹੈ। ਇੱਕ ਪਰਮਾਨੈਂਟ ਲੈਂਡ ਦੇ ਦਿੱਤਾ ਉਸ ਤੋਂ ਬਾਅਦ ਤਾਂ ਕਿ ਉਹ ਜਿਹੜੇ ਮੁਸਲਮਾਨ ਸੈਨਾ 'ਚ ਭਰਤੀ ਸੀ ਉਹ ਇੱਥੇ ਹੀ ਰਹਿਣ ਤੇ ਆਪਦਾ ਅੱਗੋਂ ਕਾਰਜਕਾਲ ਸੰਭਾਲਣ, ਠੀਕ ਹੈ। ਉਹਨਾਂ ਨੂੰ ਇਕਤਾਦਾਰੀ ਸਿਸਟਮ ਕਹਿ ਦਿੰਦੇ ਸੀ। ਇਕਤਾ ਮੀਨਸ ਲੈਂਡ ਗਿਵਨ ਟੂ ਦ ਸੋਲਜਰਸ ਇਨ ਪਲੇਸ ਆਫ ਕੈਸ਼ ਪੇਮੈਂਟ, ਠੀਕ ਹੈ। ਇਕਤਾਦਾਰੀ ਸਿਸਟਮ। ਇਕਤਾ ਵੀ ਕਹਿ ਦਿੰਦੇ ਆ, ਇਕਤਾ ਮੀਨਸ ਲੈਂਡ। ਵਲੀ ਵੀ ਕਹਿ ਦਿੰਦੇ ਆ, ਮੁਕਤਾ ਵੀ ਕਹਿ ਦਿੰਦੇ ਨੇ। ਠੀਕ ਹੈ। ਹੁਣ ਕੁਝ ਜਿਹੜੇ ਸੈਨਾ ਦੇ ਹੁੰਦੇ ਸੀ, ਜਿਹੜੇ ਵੱਡੇ ਵੱਡੇ ਹੁੰਦੇ ਸੀ, ਮਤਲਬ ਇਕਤਾ, ਉਹਨਾਂ ਨੂੰ
ਜਿਹੜੇ ਹੋਲਡ ਕਰਦੇ ਸੀ ਉਹਨਾਂ ਨੂੰ ਇਕਤਾਦਾਰ ਕਹਿ ਦਿੰਦੇ ਸੀ, ਕਿਉਂਕਿ ਜਿਹੜੇ ਸਿਪਾਹੀ ਵੱਡਾ ਸਾਰਾ ਲੈਂਡ ਹੋਲਡ ਕਰਦੇ ਸੀ ਉਹਨਾਂ ਨੂੰ ਇਕਤਾਦਾਰ ਕਹਿ ਦਿੰਦੇ ਸੀ। ਠੀਕ ਹੈ, ਹੁਣ ਕੁਝ ਤਾਂ ਸੈਨਾ ਜਿਹੜੇ ਬੰਦੇ ਸੀ ਉਹਨਾਂ ਨੂੰ ਇਕਤਾ ਮਿਲ ਜਾਂਦਾ ਸੀ, ਲੈਂਡ ਮਿਲ ਜਾਂਦਾ ਸੀ ਇਨ ਪਲੇਸ ਆਫ ਕੈਸ਼ ਪੇਮੈਂਟ। ਬਟ ਜਿਹੜੇ ਖੁੰਮਸ ਹੁੰਦੇ ਸੀ ਉਹ ਕੁਝ ਖੁੰਮਸ 'ਚ ਵੀ ਆ ਜਾਂਦੇ ਸੀ। ਠੀਕ ਹੈ, ਖੁੰਮਸ ਮਤਲਬ ਵਾਰ ਬੂਟੀ, ਜਿਹੜਾ ਸੈਨਾ ਦੇ ਬੰਦੇ ਜਿਹੜੇ ਲੁੱਟ ਖੋਹ ਕਰਦੇ ਸੀ। ਠੀਕ ਹੈ, ਜਿਹੜਾ ਲੁੱਟਿਆ ਹੋਇਆ ਮਾਲ ਹੈ ਉਹਦੇ 'ਚੋਂ 1/4 ਕਿਹਨੂੰ ਜਾਂਦਾ ਸੀ? ਸੁਲਤਾਨ ਨੂੰ। 4/5 ਸੈਨਾ ਆਪਸ 'ਚ ਵੰਡ ਲੈਂਦੀ ਸੀ। ਕੁਝ ਸੈਨਾ ਜਿਵੇਂ ਦੋ ਪ੍ਰਕਾਰ ਦੀ ਸੀ, ਇੱਕ ਤਾਂ ਜਿਹੜੇ ਇਕਤਾਦਾਰੀ ਸਿਸਟਮ ਦੇ ਅੰਦਰ ਆ ਜਾਂਦੇ ਸੀ ਉਹਨਾਂ ਨੂੰ ਲੈਂਡ ਮਿਲ ਜਾਂਦਾ ਸੀ, ਇੱਕ ਖੁੰਮਸ ਸੀ ਉਹ ਵਾਰ ਬੂਟੀ, ਜਿਹੜੇ ਲੁੱਟ ਖੋਹ ਕਰਦੇ ਨੇ ਉਹਨਾਂ 1/4 ਕਿਹਨੂੰ ਜਾਏਗਾ? ਇਲਤੁਤਮਿਸ਼ ਨੂੰ। 4/5 ਕਿਹਨੂੰ ਜਾਏਗਾ? ਸੈਨਾ ਨੂੰ ਆਪਸ 'ਚ। ਠੀਕ ਹੈ, ਇਹ ਦੋ ਤਰ੍ਹਾਂ ਦੇ ਸੈਨਾਵਾਂ ਰੂਲ ਕਰ ਰਹੀਆਂ ਸਿਸਟਮ, ਮਤਲਬ ਸੈਨਾ ਉਸ ਟਾਈਮ ਕਰ ਰਹੇ ਸੀ ਇਸ ਦੇ ਅੰਦਰ। ਸੁਲਤਾਨ ਨੂੰ, 4/5 ਸੈਨਾ ਨੂੰ। क्लियर है? इकतादारी सिस्टम, लैंड गिवन टू सोल्जर्स इन प्लेस ऑफ कैश पेमेंट, खुम्स वार बूटी, ਜਿਹੜਾ ਕਿ ਜੋ ਵੀ ਲੁੱਟ ਖੋਹ ਹੋਏਗੀ ਉਹਦੇ 'ਚ 1/4 ਕਿਹਨੂੰ ਜਾਏਗਾ? ਸੁਲਤਾਨ ਨੂੰ। 4/5 ਕਿਹਨੂੰ ਜਾਏਗਾ? ਸੋਲਜਰਸ ਆਪਸ ਵੰਡ ਲੈਣਗੇ। ਠੀਕ ਹੈ, ਕਲੀਅਰ? ਫਿਰ ਆਪਾਂ ਨੈਕਸਟ ਗੱਲ ਕਰਦੇ ਹਾਂ 1221 'ਚ ਇੱਕ ਚੰਗੇਜ਼ ਖਾਨ ਆਇਆ ਸੀ, ਉਹਨੇ ਅਟੈਕ ਕੀਤਾ ਸੀ 1221 'ਚ। ਠੀਕ ਹੈ, ਚੰਗੇਜ਼ ਖਾਨ ਨੇ ਅਟੈਕ ਕੀਤਾ ਸੀ ਕਿੰਦੇ ਰੂਨ 'ਚ? ਇਲਤੁਤਮਿਸ਼ ਦੇ ਰੇਂਜ 'ਚ। ਇਲਤੁਤਮਿਸ਼ ਦਾ ਰੂਲਿੰਗ ਪੀਰੀਅਡ ਚੱਲ ਰਿਹਾ ਸੀ। ਉਸ ਤੋਂ ਬਾਅਦ 'ਚੋਂ ਚੰਗੇਜ਼ ਖਾਨ ਆਇਆ ਸੀ 1221 'ਚ। ਇਲਤੁਤਮਿਸ਼ ਦੇ ਰੂਲਿੰਗ ਪੀਰੀਅਡ 'ਚ ਅਟੈਕ ਕਰਦਾ ਚੰਗੇਜ਼ ਖਾਨ। ਠੀਕ ਹੈ, ਇਹਦਾ ਰੀਅਲ ਨੇਮ ਕੀ ਹੈ? ਤਿਮੂਜ਼ਿਨ। ਚੰਗੇਜ਼ ਖਾਨ 1221 'ਚ ਅਟੈਕ ਕਰਦਾ, ਰੀਅਲ ਨੇਮ ਕੀ ਹੈ? ਤਿਮੂਜ਼ਿਨ। ਇਹ ਐਕਚੁਅਲੀ ਮੰਗੋਲ ਤੋਂ ਆਇਆ ਸੀ। ਮੰਗੋਲ 'ਚ ਬੁੱਧਿਸਟ ਸੀ, ਉਹ ਇਸਲਾਮ ਨੂੰ ਫੋਲੋ ਨਹੀਂ ਕਰਦੇ ਸੀ, ਇਸ ਕਰਕੇ ਚੰਗੇਜ਼ ਖਾਨ ਇੱਕ ਬੁੱਧਿਸਟ ਸੀ, ਨਾ ਕਿ ਇਸਲਾਮ ਧਰਮ ਨੂੰ ਫੋਲੋ ਕਰਨ ਵਾਲਾ ਸੀ। ਠੀਕ ਹੈ, ਤਿਮੂਜ਼ਿਨ ਇਹਦਾ ਰੀਅਲ ਨੇਮ ਸੀ। ਇਲਤੁਤਮਿਸ਼ ਦੇ ਟਾਈਮ ਪੀਰੀਅਡ 'ਚ ਕਿਹਨੇ ਅਟੈਕ ਕੀਤਾ ਸੀ? ਚੰਗੇਜ਼ ਖਾਨ ਨੇ। ਫਸਟ ਮੰਗੋਲਾਇਡ ਸੀ। ਬਾਰਾਂ ਸੌ 36 'ਚ ਇਹਦੀ ਡੈਥ ਹੋ ਜਾਂਦੀ ਹੈ ਇਲਤੁਤਮਿਸ਼ ਦੀ। ਮੰਨਿਆ ਜਾਂਦਾ ਹੈ ਇੱਕ ਉਲੇਮਾਜ਼ ਹੁੰਦੇ ਸੀ। ਉਲੇਮਾਜ਼ ਕੌਣ ਹੁੰਦੇ ਸੀ? ਉਹ ਮੁਸਲਿਮ ਸਕੋਲਰਸ ਹੁੰਦੇ ਸੀ ਜਿਹੜੇ ਵੇਖਦੇ ਸੀ ਇਸਲਾਮ ਧਰਮ ਸਹੀ ਕੰਮ ਕਰ ਰਿਹਾ ਹੈ, ਲੋਕ ਨਮਾਜ਼ ਪੜ੍ਹ ਰਹੇ ਨੇ, ਜੁਮਾ ਦੀ ਮਸਜਿਦ ਤੇ ਫਰਾਈਡੇ ਤੋਂ ਬਾਅਦ ਜਾ ਰਹੇ ਨੇ, ਇਹ ਸਾਰਾ ਕੁਝ ਚੈੱਕ ਕਰਦੇ ਸੀ। ਕੌਣ? ਉਲੇਮਾਜ਼। ਹੁਣ ਉਲੇਮਾਜ਼ ਨੇ ਇਲਤੁਤਮਿਸ਼ ਨੂੰ ਕਿਹਾ ਕਿ ਫਤਵਾ ਜਾਰੀ ਕਰੇ ਕਿ ਜਿਹੜੇ ਵੀ ਇੰਡੀਆ 'ਚ ਹਿੰਦੂਜ਼ ਨੇ ਉਹ ਸਾਰੇ ਜਾਂ ਤਾਂ ਮੁਸਲਮਾਨ ਬਣ ਜਾਣ ਤੇ ਜਾਂ ਡੈਥ ਕਬੂਲ ਕਰ ਲੈਣ। ਬਟ ਉਲੇਮਾਜ਼ ਦੀ ਗੱਲ ਨਹੀਂ ਮੰਨੀ ਇਲਤੁਤਮਿਸ਼ ਨੇ। ਰੈਦਰ ਦੈਨ ਇਹਨੇ ਇਹ ਫਤਵਾ ਜਾਰੀ ਕੀਤਾ ਸੀ ਕਿ ਜਾਂ ਤਾਂ ਸਾਰੇ ਮੁਸਲਮਾਨ, ਇਹਨੇ ਜਾਂ ਤਾਂ ਇਹ ਜਾਰੀ ਕੀਤਾ ਸੀ ਜਾਂ ਤਾਂ ਜਜ਼ੀਆ ਟੈਕਸ ਦਿਓ ਨਹੀਂ ਤਾਂ ਮੁਸਲਮਾਨ ਬਣ ਜਾਓ। ਠੀਕ ਹੈ, ਇਹਨੇ ਉਲੇਮਾਜ਼ ਦੀ ਗੱਲ ਨੂੰ ਨਕਾਰਤਾ ਸੀ। ਇਹਨੇ ਕਿਹਾ ਸੀ ਜਾਂ ਤਾਂ ਮੁਸਲਮਾਨ ਬਣ ਜਾਓ ਜਾਂ ਜਜ਼ੀਆ ਸਵੀਕਾਰ ਕਰ ਲਓ, ਜਜ਼ੀਆ ਟੈਕਸ ਦਿਓ ਸਾਨੂੰ। ਠੀਕ ਹੈ, ਉਲੇਮਾਜ਼। ਫਿਰ ਇਹਦੀ ਡੈਥ ਤੋਂ ਬਾਅਦ 'ਚ ਆਪਾਂ ਗੱਲ ਕਰੀਏ, ਇਹਨੇ ਆਪਦੀ ਡੈਥ ਤੋਂ ਪਹਿਲਾਂ ਲਿਖਤਾ ਸੀ ਕਿ ਮੇਰੇ ਜਿਹੜੇ ਨੈਕਸਟ ਉੱਤਰਾਧਿਕਾਰੀ ਹੋਏਗਾ ਉਹ ਹੋਏਗੀ ਇਹਦੀ ਬੇਟੀ ਰਜ਼ੀਆ ਸੁਲਤਾਨਾ। ਬਟ ਕੀ ਹੁੰਦਾ ਹੈ, ਜਿਹੜੀ ਇਹਦੀ ਇੱਕ ਵੋਟੀ ਹੁੰਦੀ ਹੈ, ਇਹਦੀ ਕਾਫੀ ਵੋਟੀਆਂ ਹੁੰਦੀਆਂ ਇਲਤੁਤਮਿਸ਼ ਦੀਆਂ, ਬਟ ਉਹਦੇ 'ਚ ਇੱਕ ਵੋਟੀ ਹੁੰਦੀ ਹੈ ਜਿਹਦਾ ਕਿ ਨਾਮ ਹੁੰਦਾ ਹੈ ਸ਼ਾਹ ਤੁਰਕਨ। ਸ਼ਾਹ ਤੁਰਕਨ ਕੀ ਕਰਦੀ ਹੈ,
ਉਹਦੀ 40 ਨੋਬਲ ਜਿਹੜੇ ਟਰਕਿਸ਼ ਨੋਬਲ ਸੀ ਉਹਨਾਂ ਨਾਲ ਵਾਵਾ ਬਣਦੀ ਹੈ, ਉਹਨਾਂ ਨੂੰ ਆਪਦੇ ਇਨਫਲੂਐਂਸ 'ਚ ਲੈ ਲੈਂਦੀ ਹੈ ਤੇ ਇਹਦਾ ਬੇਟਾ ਹੁੰਦਾ ਹੈ ਸ਼ਾਹ ਤੁਰਕਨ ਦਾ ਰੁਕਨੁਦੀਨ ਫਿਰੋਜ਼ ਸ਼ਾਹ। ਰੁਕਨੁਦੀਨ ਫਿਰੋਜ਼ ਸ਼ਾਹ ਨੂੰ ਗੱਦੀ 'ਤੇ ਬਾ ਦਿੰਦੀ ਹੈ, ਬਟ ਬਾਣਾ ਕਿਹਨੂੰ ਚਾਹੀਦਾ ਸੀ? ਰਜ਼ੀਆ ਸੁਲਤਾਨਾ ਨੂੰ। ਰਜ਼ੀਆ ਸੁਲਤਾਨਾ ਕੀ ਕਰਦੀ ਹੈ? ਵਿਦਰੋਹ ਕਰਦੀ ਹੈ ਇਸ ਚੀਜ਼ ਦਾ, ਤੇ ਆਮ ਜਨਤਾ ਜਾਂਦੀ ਹੈ, ਤੇ ਆਮ ਜਨਤਾ ਜਦੋਂ ਜਾਂਦੀ ਹੈ ਤੇ ਆਮ ਜਨਤਾ ਵੀ ਉਹਦੇ ਨਾਲ ਜੁੜਦੀ ਹੈ ਕਿ ਇਹ ਇਹਦੇ ਨਾਲ ਗਲਤ ਹੋਇਆ। ਫਿਰ ਉਸ ਤੋਂ ਬਾਅਦ 'ਚੋਂ ਨੈਕਸਟ ਜਿਹੜਾ ਮੁਸਲਮਾਨ ਫਿਰ ਰੂਲ ਕਰਦਾ ਹੈ, ਆਮ ਜਨਤਾ ਦੀ ਸਪੋਰਟ ਨਾਲ ਬਣਦਾ ਹੈ, ਉਹ ਕੌਣ ਸੀ? ਰਜ਼ੀਆ ਸੁਲਤਾਨਾ। ਤੇ ਰੁਕਨੁਦੀਨ ਫਿਰੋਜ਼ ਸ਼ਾਹ ਨੂੰ ਗੱਦੀ ਤੋਂ ਹਟਾ ਦਿੰਦੀ ਹੈ। ਤੇ ਸ਼ਾਹ ਤੁਰਕਨ ਇਹਦੀ ਮੰਮਾ, ਇਹਦੀ ਮਦਰ ਸ਼ਾਹ ਤੁਰਕਨ, ਜਦੋਂ ਰਜ਼ੀਆ ਸੁਲਤਾਨਾ ਗੱਦੀ 'ਤੇ ਬਹਿੰਦੀ ਤੇ ਇਹਨਾਂ ਦੋਵਾਂ ਨੂੰ ਜੇਲ੍ਹ ਭੇਜ ਦਿੰਦੀ ਹੈ। ਠੀਕ ਹੈ। ਰਜ਼ੀਆ ਸੁਲਤਾਨਾ ਦਾ ਸੁਤੇਲਾ ਭਰਾ ਹੈ ਕੌਣ ਹੈ? ਰੁਕਨੁਦੀਨ ਫਿਰੋਜ਼ ਸ਼ਾਹ। ਪਹਿਲੀ ਮੁਸਲਮਾਨ ਜਿਹੜੀ ਵੂਮਨ ਰੂਲਰ ਹੈ ਰਜ਼ੀਆ ਸੁਲਤਾਨਾ, ਜਿਹੜੀ ਕਿ ਆਮ ਜਨਤਾ ਦੀ ਸਪੋਰਟ ਨਾਲ ਆਏਗੀ। ਠੀਕ ਹੈ। ਉਸ ਤੋਂ ਬਾਅਦ 'ਚੋਂ ਆਪਾਂ ਉਹ ਕਰਾਂਗੇ ਨੈਕਸਟ ਵੀਡੀਓ ਲੈਕਚਰ 'ਚ। ठीक है। थोड़ा तुम मैं रिवाइज़ करवा देना इल्तुतमिश बारे तुम मैं थोड़ा रिवाइज़ करवा देना। ये शमसी तुर्क सी। ठीक है, शमसी तुर्क सी। उस तो बाद आप गल करिए कि इन्हें 2 कॉइन्स चलाए सी, 2 कॉइन्स लाए, जीतल ते टंका। जीतल सी कोपर दा, टंका सिल्वर दा। अल मुल्तसिर बिल्ला ने इनू सुल्तान की उपाधि दी सी, अल मुल्तसिर बिल्ला ने। ठीक है। उस तो बाद इन्हें ग्रुप ऑफ 40 नोबल्स एक ग्रुप बनाया, चहलगानी चलीसा, टर्किश चहलगानी। ठीक है। उस तो बाद वो किंग मेकर दे रूल किंग मेकर मतलब सुल्तान बनाने शुरू कर देंगे ने, ते नॉन डिजर्विंग कैंडिडेट्स जोड़े होंगे ने उन्होंने भी सुल्तान की पदवी देना शुरू कर देंगे ने। ठीक है। उस तो बाद इन्हें इंपोज किए 4 लीगल टैक्स। आप गल की खुम्स बारे, जकात बारे, जजिया बारे, ते चौथा टैक्स किहड़ा सी? खिराज बारे। ठीक है। उस तो बाद एक सिस्टम अडोप्ट किया इकतादारी सिस्टम, जोड़ा कि कैश पेमेंट की जगह तुहानूं लैंड दिते जाएगा सोल्जर्स नूं। ठीक। खुम्स की सी? वार बूटी, जिंदे विच लुटिया हुआ माल 1/4 किनूं जाएगा? सुल्तान नूं। 4/5 किनूं जाएगा? सेना नूं। ठीक है। ये सारा किंदे बारे पढ़िया आपां? इल्तुतमिश बारे। 1221 चंगेज़ खान, जिंदा रियल नेम तिमुज़िन हुंदा, वो अटैक करता है। फिर रज़िया सुल्ताना बारे आपां पढ़ांगे नैक्सट वीडियो लैक्चर च। इनूं रिवाइज़ करते रहो। ठीक है। ये सारे इंपोर्टेंट क्वेश्चन ही ने जो तुहाडे बनते हैं, नोट्स बनाते रहो आपदे। ठीक है। आई थिंक अज दे वीडियो लैक्चर लिए इन्ना काफ़ी है। आपां नैक्सट वीडियो च मिलते हैं। टिल दैन टेक केयर।